हाँ जी, नमस्कार बेटा। असी एक्सरसाइज 15.1 कर रहे हैं। मैं तुहानू लगभग 12 तक सवाल करवा चुकिया, सॉरी 11 तक मैं तुहानू सवाल करवा चुके हैं। मैनू एक मैसेज आया सी भी सैकेंड जिहड़ा सम है वो किवें करना है। देखो सैकेंड सम दे विच एक्चुअल च कोई इस तरह का तुहानू सम पेपर च नहीं आउंदा, इस वास्ते तुसीं एक बारी इहनूं छड्ड लो। है तो वैसे जनरल दी डिस्कशन ही हुंदी है इन्हां सवालों दे विच, ਤਾਂ ਤੁਸੀਂ ਇਹਨੂੰ ਇੱਕ ਵਾਰੀ ਛੱਡੋ। ਅਸੀਂ ਨੈਕਸਟ ਆ ਜਾਵਾਂਗੇ ਥਰਡ ਸਮ। ਮੈਂ ਤੁਹਾਨੂੰ ਨਹੀਂ ਕਰਵਾਇਆ ਸੀ। ਫੁੱਟਬਾਲ ਦੇ ਖੇਡ ਨੂੰ ਆਰੰਭ ਕਰਦੇ ਸਮੇਂ ਇਹ ਫੈਸਲਾ ਲੈਣ ਲਈ ਕਿ ਕਿਹੜੀ ਟੀਮ ਪਹਿਲਾਂ ਗੇਂਦ ਲਵੇਗੀ, ਇਸ ਦੀ ਸਿੱਕਾ ਉਛਾਲਣਾ ਇੱਕ ਨਿਆਂ ਸੰਗਤ ਵਿਧੀ ਕਿਉਂ ਮੰਨਿਆ ਜਾਂਦਾ। ਨਿਆਂ ਸੰਗਤ ਦਾ ਮਤਲਬ ਉਹਨੂੰ ਕਿਉਂ ਮੰਨਿਆ ਜਾਂਦਾ ਵੀ ਸਹੀ ਵਿਧੀ ਹੈ। ਇਹ ਅਸੀਂ ਇਹਦਾ ਆਨਸਰ ਦੇਵਾਂਗੇ ਕਿਉਂਕਿ ਸਿੱਕਾ ਉਛਾਲਣ ਸਿੱਖੇ ਦੇ ਦੋ ਹੀ ਜਿਹੜੇ ਹੁੰਦੇ ਹੈ ਉਹ ਅਨੁਕੂਲ ਪਰਿਣਾਮ ਹੁੰਦੇ ਹੈ ਨਾ, ਜਦੋਂ ਅਸੀਂ ਔਰ ਦੋਨੋਂ 50-50 ਹੋ ਜਾਂਦੇ ਨੇ। ਦੋਨਾਂ ਜਿਹੜੇ ਇੱਕ ਪਾਸੇ ਜੇ ਤੁਹਾਨੂੰ ਆਏਗਾ ਉਹ ਅੱਧਾ ਹਿੱਸਾ ਤੁਹਾਨੂੰ ਸੰਭਾਵਨਾ ਅੱਧੀ ਹੋ ਜਾਏਗੀ, ਅੱਧੀ ਦੂਸਰੇ ਨੂੰ ਹੋ ਜਾਏਗੀ। ਇਸ ਲਈ ਉਹਨੂੰ ਨਿਆਂ ਸੰਗਤ ਮੰਨਿਆ ਜਾਂਦਾ ਹੈ ਕਿਉਂਕਿ ਦੋਨਾਂ ਨੂੰ ਬਰਾਬਰ ਮੌਕਾ ਜਿੱਤਣ ਦਾ ਮਿਲਦਾ ਹੈ। ਠੀਕ ਹੈ ਜੀ। ਔਰ ਫੋਰਥ ਸਮ ਸੀਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਮੈਂ ਤੁਹਾਨੂੰ ਦੱਸਿਆ ਹੈ ਸੰਭਾਵਨਾ ਦੀਆਂ ਸ਼ਰਤਾਂ। ਸੰਭਾਵਨਾ ਦੀ ਜਿਹੜੀ ਹੈ ਇੱਕ ਤਾਂ ਦੇਖੋ ਨੈਗੇਟਿਵ ਮਾਈਨਸ ਚਾਂਸਫਰ ਨਹੀਂ ਆ ਸਕਦਾ। ਠੀਕ ਹੈ। ਉਸ ਤੋਂ ਬਾਅਦ ਸੰਭਾਵਨਾ ਮੈਂ ਤੁਹਾਨੂੰ ਇਹ ਵੀ ਦੱਸਿਆ ਹੋਇਆ ਹੈ ਵੀ ਸੰਭਾਵਨਾ ਕੀ ਹੁੰਦੀ ਹੈ 0 ਤੋਂ 1 ਦੇ ਵਿੱਚ ਉਹਦੀ ਨਾ 0 ਤੋਂ ਘੱਟ ਮਾਈਨਸ ਨਹੀਂ ਹੋ ਸਕਦੀ। ਦੂਸਰੀ ਸੀ ਅਸੀਂ ਸ਼ਰਤ ਰੱਖੀ ਸੀ ਉਹਦਾ ਹਰ ਜਿਹੜਾ ਹੈ ਉਹ ਵੱਡਾ ਹੋਣਾ ਚਾਹੀਦਾ ਅੰਸ਼ ਨਾਲੋਂ। ਇੱਥੇ ਹਰ ਵੱਡਾ ਨਾ 2/3, ਇਹਦਾ ਮਤਲਬ ਇਹ ਵੀ ਕਿਸੇ ਘਟਨਾ ਦੀ ਸੰਭਾਵਨਾ ਹੋ ਸਕਦੀ ਹੈ, ਇਹ ਨਹੀਂ ਹੋ ਸਕਦੀ। ਅੱਗੇ ਕਿ 15% 15% ਦਾ ਮਤਲਬ 15/100 ਇਹ ਵੀ ਹੋ ਸਕਦੀ ਹੈ। ਜਦੋਂ ਅਸੀਂ ਉਹਨੂੰ ਕੱਟ ਕਰਾਂਗੇ ਤਾਂ ਉਹ 1 ਤੋਂ ਘੱਟ ਹੋਏਗਾ। 0.7 ਯਾਨੀ ਕਿ 7/ ਸਾਡੇ ਕੋਲ 10 ਆਏਗਾ, ਇਹ ਵੀ ਕਿਸੇ ਘਟਨਾ ਦੀ ਸੰਭਾਵਨਾ ਹੋ ਸਕਦੀ ਹੈ। ਸਿਰਫ ਕਿਹੜੀ ਹੈ B ਵਾਲੀ ਜਿਹੜੀ ਹੈ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਇਸ ਤੋਂ ਬਾਅਦ ਮੈਂ ਤੁਹਾਨੂੰ ਲਗਾਤਾਰ ਸਾਰੇ ਸਵਾਲ ਕਰਾਏ ਨੇ। ਅਸੀਂ ਹੁਣ 12ਵੇਂ ਸਵਾਲ 'ਤੇ ਪਹੁੰਚਦੇ ਹਾਂ। ਤਾਂ ਅਸੀਂ 12ਵਾਂ ਸਵਾਲ ਦੇਖਦੇ ਹਾਂ। ਤੁਹਾਡੇ ਕੋਲ ਮੈਥ ਵੀ ਸ਼ਾਇਦ ਪੁਰਾਣੇ ਤੁਸੀਂ ਕੋਈ ਲਏ ਹੋਣਗੇ, ਨਹੀਂ ਤਾਂ ਮੈਂ ਤਾਂ ਮੈਥ ਅੱਗੇ ਕੀਤਾ ਤਾਂ ਕਿ ਰਕਮ ਦੇਖ ਸਕੋ। ਸੰਯੋਗ ਦੇ ਇੱਕ ਖੇਡ ਵਿੱਚ ਸੰਯੋਗ ਦਾ ਖੇਡ ਕੀ ਹੁੰਦਾ ਹੈ ਜਦੋਂ ਅਸੀਂ ਉਹ ਤੇ ਚਾਂਸ ਵਾਲਾ ਹੁੰਦਾ ਨਾ ਕੋਈ, ਸਾਨੂੰ ਇੱਕ ਤੀਰ ਨੂੰ ਘੁਮਾਇਆ ਜਾਂਦਾ ਹੈ। ਕੋਈ ਗੇਮ ਬਣੀ ਹੈ, ਆ ਦੇਖੋ ਆ ਨਾਲ ਬਣਿਆ, ਤੀਰ ਨੂੰ ਇਸ ਤਰ੍ਹਾਂ ਘੁਮਾਇਆ ਜਾਂਦਾ ਹੈ। ਜੋ ਤੀਰ ਘੁੰਮਦਾ ਹੈ ਤਾਂ ਘੁੰਮਣ ਲੱਗ ਜਾਂਦਾ ਕਿਸੇ ਘੁਮਾਇਆ ਜਾਂਦਾ ਹੈ ਜੋ ਵਿਰਾਮ ਮਤਲਬ ਰੁਕਣ 'ਤੇ ਆਉਣ ਤੋਂ ਬਾਅਦ ਸੰਖਿਆਵਾਂ 1 ਤੋਂ ਲੈ ਕੇ 8 ਤੱਕ ਲਿਖੀਆਂ ਹੋਈਆਂ ਹੈ, ਵਿੱਚੋਂ ਕਿਸੇ ਇੱਕ ਸੰਖਿਆ ਵੱਲ ਸੰਕੇਤ ਕਰਦਾ, ਮਤਲਬ 1 'ਤੇ ਰੁਕ ਜਾਂਦਾ। ਜਿਵੇਂ ਹੁਣ 1 'ਤੇ ਰੁਕਿਆ, ਉਹ 2 'ਤੇ ਵੀ ਰੁਕ ਸਕਦਾ, 3 'ਤੇ, 4 'ਤੇ, ਕਿਸੇ ਨਾ ਕਿਸੇ ਇੱਕ ਸੰਖਿਆ 'ਤੇ ਰੁਕਦਾ। ਜੇਕਰ ਇਹ ਸਾਰੇ ਪਰਿਣਾਮ ਸਮਸੰਭਾਵੀ ਹਨ, ਮਤਲਬ ਪੋਸੀਬਲ, ਇਸ ਦੀ ਕੀ ਸੰਭਾਵਨਾ ਹੈ ਕਿ ਇਹ ਤੀਰ ਸੰਕੇਤ ਕਰੇਗਾ 8 ਨੂੰ ਕਰੇਗਾ, ਇੱਕ ਟਾਂਕ ਸੰਖਿਆ ਨੂੰ ਕਰੇਗਾ, 2 ਤੋਂ ਵੱਡੀ ਸੰਖਿਆ ਨੂੰ ਕਰੇਗਾ, 9 ਤੋਂ ਛੋਟੀ ਸੰਖਿਆ। ਇਸ ਚੀਜ਼ਾਂ ਦੀ ਸਾਰਿਆਂ ਦੀ ਅਸੀਂ ਸੰਭਾਵਨਾ ਪਤਾ ਕਰਨੀ ਹੈ। ਤਾਂ ਦੇਖੋ ਇਸ ਸਵਾਲ ਦੇ ਵਿੱਚ ਕੀ ਹੈ, ਕੁੱਲ ਪਰਿਣਾਮ ਤਾਂ ਜਦੋਂ 1 ਤੋਂ 8 ਤੱਕ ਲਿਖੇਗੇ 8 ਹੀ ਹੈ। ਮੇਨ ਚੀਜ਼ ਸਾਨੂੰ ਕੀ ਆਏਗਾ, ਅਸੀਂ ਅਨੁਕੂਲ ਪਰਿਣਾਮ ਪਤਾ ਕਰਨੇ ਆ। ਤਾਂ ਦੇਖਦੇ ਆਓ ਕਿਵੇਂ ਕਰੀਏ। ਤਾਂ ਸਾਡੇ ਕੋਲ ਹੈਗਾ 8 ਆਉਣ ਦੀ ਸੰਭਾਵਨਾ, ਅਤੇ ਸਾਡੇ ਕੋਲ 8 ਕਿੰਨੀ ਵਾਰੀ ਲਿਖਿਆ ਹੈ, ਇਹਨਾਂ ਸਾਰਿਆਂ ਵਿੱਚ ਸਿਰਫ 1 ਵਾਰੀ ਲਿਖਿਆ। ਤਾਂ ਅਸੀਂ ਲਿਖਾਂਗੇ 1/8 ਕਿਉਂਕਿ ਕੁੱਲ ਪਰਿਣਾਮ ਤਾਂ ਅਸੀਂ ਦੇਖ ਚੁੱਕੇ ਹਾਂ ਕਿੰਨੇ ਹਨ, 8 ਹੀ ਨੇ। ਤਾਂ ਇਸ 8 ਆਉਣ ਦੀ ਸੰਭਾਵਨਾ ਆ ਗਈ 1/8। ਹੁਣ ਆ ਗਿਆ ਟਾਂਕ ਸੰਖਿਆ। ਟਾਂਕ ਸੰਖਿਆਵਾਂ ਦੀਆਂ ਨੇ 1 3 5 7 9 11 13 15 17 ਸਾਰੀਆਂ ਨਹੀਂ ਲੈਣੀਆਂ। 1 ਤੋਂ ਲੈ ਕੇ 8 ਤੱਕ ਕਿੰਨੀਆਂ ਹੋਈਆਂ, 1 ਹੋ ਗਈ, 3 ਹੋ ਗਈ, 5 ਹੋ ਗਈ ਅਤੇ 7 ਹੋ ਗਈ। 1 2 3 4 ਬਣ ਗਈਆਂ। ਤਾਂ ਅਨੁਕੂਲ ਪਰਿਣਾਮ ਸਾਡੇ ਕੋਲ ਬਣ ਗਏ 4। ਨੀਚੇ ਜਿਹੜਾ 8 ਆਣਾ ਹੀ ਆਣਾ, 4 1 4, 4 ਦੂਣੀ 8, 1/2। ਤਾਂ ਟਾਂਕ ਸੰਖਿਆ ਆਉਣ ਦੀ ਸੰਭਾਵਨਾ ਕੀ ਆ ਗਈ, 1/2। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਹੈ 2 ਤੋਂ ਵੱਡੀ ਸੰਖਿਆ। 2 ਤੋਂ ਵੱਡੀ ਸੰਖਿਆ 1 ਵੀ ਨਹੀਂ ਲੈਣਾ ਅਤੇ 2 ਵੀ ਨਹੀਂ ਲੈਣਾ। ਵੱਡੀ ਸੰਖਿਆ 3 4 5 6 7 8 ਗਿਣ ਲਾਂਗੇ, 1 2 3 4 5 6।
आ लिखेंगे 3 4 5 6 7 8 किनियाँ बन गई 6 तो आ जाएगा 6/8 2 3 6 2 चौके 8 3/4 आंसर आ गया। 9 तो छोटी संख्या देखो सारिया संख्यावां ही 9 तो छोटिया ने फिर 9 तो वड्डी तो है ही नहीं मतलब 8 संख्यावां 8 दियाँ 8 ही आ जाएगियाँ तो साढ़े को आ जाएगा 8/8 यानी कि 1। तो देखो देखने ਨੂੰ सवाल कितना लगता सी तो संख्या जिहड़ा निकलिया छोटा जिहा तो जो असीं रकम नूं समझ लैंदे हैं सानूं कोई दिक्कत नहीं आती। जिहड़ा 13वां सवाल है उसकी रकम देखो एक पासे नूं जिहड़ा डाइस हुंदा ना लुडो वाला एक पासे नूं एक वार सुट्टिया जाता है हेठ लिखिया नूं प्राप्त करने की संभावना पता करो। एक अभाज्य संख्या 2 ਅਤੇ 6 ਦੇ ਵਿਚਕਾਰ ਸਥਿਤ ਕੋਈ ਸੰਖਿਆ ਤੇ ਇੱਕ ਟਾਂਕ ਸੰਖਿਆ ਤਿੰਨ ਚੀਜ਼ਾਂ। ਅਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਸ ਦੇ ਜਿਹੜੀ ਇੱਕ ਆਪਦੇ ਆਪ ਤੇ ਇੱਕ ਤੋਂ ਇਲਾਵਾ ਕਿਸੇ ਵੀ ਹੋਰ ਤੇ ਭਾਗ ਨਾ ਹੋਵੇ ਉਸ ਨੂੰ ਅਭਾਜ ਕਹਿੰਦੇ ਨੇ। 2 ਅਤੇ 6 ਦੇ ਵਿਚਕਾਰ ਤੇ ਇੱਕ ਟਾਂਕ। ਪਹਿਲਾਂ ਤੁਹਾਨੂੰ ਮੈਂ ਦੱਸਿਆ ਹੈ ਇੱਕ ਪਾਸਾ ਡਾਈਸ ਹੈ ਡਾਈਸ ਦੇ ਕੁੱਲ ਪਰਿਣਾਮ ਕਿੰਨੇ ਹੁੰਦੇ ਨੇ 6 ਕਿਉਂਕਿ ਉਹਦੇ 1 ਤੋਂ 6 ਤੱਕ ਸੰਖਿਆਵਾਂ ਨੇ ਤਾਂ ਬਟਾ ਸਾਰਿਆਂ ਦਾ 6 ਹੀ ਆਣਾ। ਅਸੀਂ ਅਨੁਕੂਲ ਪਰਿਣਾਮ ਪਤਾ ਕਰਨੇ ਆ ਦੇਖੋ ਕਿਵੇਂ ਕਰਨੇ ਆ। ਤਾਂ ਦੇਖੋ ਪਾਸੇ ਦੀਆਂ ਡਾਈਸ ਦੀਆਂ ਕੁੱਲ ਸੰਭਾਵਨਾ ਕਿੰਨੀਆਂ ਹੋ ਗਈਆਂ 6 ਐਵੇਂ ਡਾਟ ਬਣੇ ਹੁੰਦੇ ਨਾ 6 ਤੱਕ। ਹੁਣ ਅਭਾਜ ਸੰਖਿਆ ਆਉਣ ਦੀ ਸੰਭਾਵਨਾ ਅਸੀਂ ਅਭਾਜ ਸੰਖਿਆਵਾਂ ਇਹਨਾਂ 'ਚ ਦੇਖੋ ਕਿਹੜੀ ਹੈ ਇੱਕ ਨੂੰ ਅਸੀਂ ਕਿਸੇ ਪਾਸੇ ਵੀ ਨਹੀਂ ਕਹਿੰਦੇ ਨਾ ਇਹ ਭਾਜ ਹੁੰਦੀ ਹੈ ਨਾ ਅਭਾਜ ਹੁੰਦੀ ਹੈ। ਅਭਾਜ ਸੰਖਿਆ ਦੇ 2 ਗੁਣਨਖੰਡ ਹੁੰਦੇ ਨੇ ਘੱਟੋ ਘੱਟ ਇੱਕ ਆਪ ਤੇ ਇੱਕ ਇਹਦੇ 'ਚ ਇੱਕ ਇਕੱਲਾ ਇੱਕ ਹੀ ਹੈ ਇਸ ਵਾਸਤੇ ਨਹੀਂ 2 ਹਾਂਜੀ 2 ਆ ਜਾਏਗੀ ਅਭਾਜ ਸੰਖਿਆ 3 ਵੀ ਆ ਜਾਏਗੀ 4 ਨਹੀਂ ਆਉਣੀ ਤੇ 5 यानी कि 2 3 ਤੇ 5 2 3 ਤੇ 5 3 ਅਭਾਜ ਸੰਖਿਆਵਾਂ ਹੋ ਗਈਆਂ ਤੇ ਅਭਾਜ ਸੰਖਿਆ ਆਉਣ ਦੀ ਸੰਭਾਵਨਾ 3/6 ਤਾਂ ਆਉਣਾ ਹੀ ਆਉਣਾ 3/6 यानी कि 1/2। 2 ਤੇ 6 ਦੇ ਵਿਚਕਾਰ ਸੰਖਿਆ ਨਾ 2 ਲੈਣਾ ਨਾ 6 ਲੈਣਾ ਕਿਹੜੀ ਰਹੀਆਂ 3 4 ਤੇ 5 ਇਹ ਵੀ 3 ਸੰਖਿਆਵਾਂ ਹੋ ਗਈਆਂ 3/6 यानी कि 1/2। ਟਾਂਕ ਸੰਖਿਆ ਹੁਣ ਅਸੀਂ ਕਰ ਚੁੱਕੇ ਹਾਂ ਇੱਕ ਵੀ ਟਾਂਕ ਹੈ 3 ਵੀ ਟਾਂਕ ਹੈ ਤੇ ਉਹ 5 1 3 5 3 ਸੰਖਿਆਵਾਂ ਹੋ ਗਈਆਂ 3/6 ਕੀਤਾ 1/2 ਆਂਸਰ ਆ ਗਿਆ। ਬੜੇ ਹੀ ਸੌਖੇ ਸਵਾਲ ਨੇ। 14ਵਾਂ ਸਵਾਲ ਸਾਡੇ ਕੋਲ ਆ ਜਾਂਦਾ ਹੈ 52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ ਹੇਠ ਲਿਖਿਆਂ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ। ਲਾਲ ਰੰਗ ਦਾ ਬਾਦਸ਼ਾਹ ਲਾਲ ਰੰਗ ਦਾ ਤਸਵੀਰ ਵਾਲਾ ਪੱਤਾ ਹੁਕਮ ਦਾ ਪੱਤਾ ਇੱਕ ਤਸਵੀਰ ਵਾਲਾ ਪੱਤਾ ਪਾਨ ਦਾ ਗੁਲਾਮ ਇੱਕ ਇੱਟ ਦੀ ਬਿੱਗ ਇਹ ਸਾਰੀਆਂ ਸੰਭਾਵਨਾ ਅਸੀਂ ਪਤਾ ਕਰਨੀਆਂ। ਸਭ ਤੋਂ ਪਹਿਲਾ ਕੰਮ 52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਕੀ ਤਾਸ਼ ਮਤਲਬ ਕੁੱਲ ਪਰਿਣਾਮ ਕਿੰਨੇ ਹੁੰਦੇ ਨੇ 52 ਤੇ ਬਾਕੀ ਇਹਨਾਂ ਦੇ ਅਸੀਂ ਅਨੁਕੂਲ ਪਰਿਣਾਮ ਪਤਾ ਦੇਖੋ ਲਾਲ ਬਾਦਸ਼ਾਹ ਕਿੰਨੇ ਹੁੰਦੇ ਨੇ ਲਾਲ ਬਾਦਸ਼ਾਹ ਇੱਕ ਪਾਨ ਦਾ ਬਾਦਸ਼ਾਹ ਹੁੰਦਾ ਇੱਕ ਇੱਟ ਦਾ 2 ਲਾਲ ਬਾਦਸ਼ਾਹ ਹੁੰਦੇ ਨੇ ਹੈ ਨਾ ਇਹਦਾ ਆਂਸਰ ਬਣ ਜਾਏਗਾ 2/52। ਤਸਵੀਰ ਵਾਲਾ ਪਤਾ ਚਿੱਤਰ ਵਾਲੇ ਪੱਤੇ ਕਿਹੜੇ ਹੁੰਦੇ ਅਸੀਂ ਕਰਾਂਗੇ ਲਾਲ ਰੰਗ ਦਾ ਤਸਵੀਰ ਵਾਲਾ ਪੱਤਾ ਅਸੀਂ ਪਤਾ ਕਰਾਂਗੇ ਦੇਖਦੇ ਹਾਂ ਸਾਰੇ ਚਲੋ ਆਓ ਦੇਖੀਏ। ਤਾਂ ਤੁਹਾਨੂੰ ਸਮਝਾਉਣ ਵਾਸਤੇ ਦੇਖੋ ਕੁੱਲ ਪੱਤੇ ਕਿੰਨੇ ਹੁੰਦੇ ਆ 52 ਪਾਨ ਦੇ 13 ਹੁਕਮ ਦੇ 13 ਇੱਟ ਦੇ 13 ਚਿੜੀਆ 13 ਇਹ ਸਾਰੇ ਉਸ ਤੋਂ ਬਾਅਦ ਇਹਨਾਂ ਦੇ ਲਿਖਿਆ ਇਸ ਤਰ੍ਹਾਂ ਹੁੰਦਾ ਹੈ ਇਹ ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ। ਹੁਣ ਦੇਖੋ ਲਾਲ ਰੰਗ ਦੇ ਪੱਤੇ ਅਸੀਂ ਪਹਿਲਾਂ ਪਤਾ ਕਰਨਾ ਸੀਗਾ ਨਾ ਲਾਲ ਰੰਗ ਦੇ ਪੱਤੇ ਕਿੰਨੇ ਹੁੰਦੇ ਨੇ 13 ਪਾਨ ਦੇ 13 ਇੱਟ ਦੇ 26 ਕਾਲੇ ਰੰਗ ਦੇ ਪੱਤੇ ਚਿੱਤਰ ਪੱਤੇ ਕਿ ਇਹ ਸਾਰੀ ਚੀਜ਼ਾਂ ਤੁਹਾਨੂੰ ਮੈਂ ਦੱਸ ਚੁੱਕਿਆ ਠੀਕ ਹੈ। ਹੁਣ ਦੇਖਦੇ ਹਾਂ 14ਵੇਂ ਸਵਾਲ ਦੇ ਵਿੱਚ ਕੁੱਲ ਪਰਿਣਾਮ ਕਿੰਨੇ ਨੇ 52 ਨੇ। ਸਾਨੂੰ ਪੁੱਛਣਾ ਸੀ ਲਾਲ ਰੰਗ ਦਾ ਬਾਦਸ਼ਾਹ ਹੁਣ ਕਿੰਨੇ ਹੁੰਦੇ ਨੇ ਲਾਲ ਰੰਗ ਦੇ ਬਾਦਸ਼ਾਹ 2 ਹੁੰਦੇ ਨੇ ਤੁਹਾਨੂੰ ਮੈਂ ਦੱਸ ਚੁੱਕਿਆ ਇੱਕ ਪਾਨ ਦਾ ਹੁੰਦਾ ਇੱਕ ਇੱਟ ਦਾ ਹੁੰਦਾ ਤੇ ਸੰਭਾਵਨਾ ਕੀ ਬਣ ਗਈ 2/52 ਕਰਾਂਗੇ ਕੱਟਾਂਗੇ ਤੇ 1/26 ਆ ਜਾਏਗਾ। ਹੁਣ ਕਹਿੰਦੇ ਇੱਕ ਤਸਵੀਰ ਵਾਲਾ ਪਤਾ ਇਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਜੇ ਤੋਂ ਸ਼ੁਰੂ ਹੁੰਦਾ ਹੈ JQK ਠੀਕ ਹੈ। 3 ਹੀ ਤਸਵੀਰ ਵਾਲੇ ਪੱਤੇ ਹੁੰਦੇ ਆ ਜਿਹਨੂੰ ਅਸੀਂ ਗੁਲਾਮ ਕਹਿੰਦੇ ਬੇਗਮ ਤੇ ਬਾਦਸ਼ਾਹ। ਇਹ ਵਾਲਾ ਪੱਤਾ ਜਿਹੜਾ ਹੈ ਉਹ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਸਿਰਫ ਨਿਸ਼ਾਨ ਪਾਇਆ ਹੁੰਦਾ 3 ਹਰੇਕ ਰੰਗ ਵਿੱਚ 3 ਤੇ ਕੁੱਲ ਰੰਗ ਹੁੰਦੇ 4 ਤੇ 3 ਗੁਣਾ 4 ਕਿੰਨੇ ਹੋ ਗਏ 12 ਤੇ 12 ਤਸਵੀਰ ਵਾਲੇ ਪੱਤੇ ਹੁੰਦੇ ਨੇ ਤੇ ਬਟਾ ਤਾਂ 52 ਆਣਾ ਹੀ ਆਣਾ ਕੱਟਾਂਗੇ ਤਾਂ 3/13। ਲਾਲ ਰੰਗ ਦਾ ਤਸਵੀਰ ਵਾਲਾ ਪੱਤਾ ਲਾਲ ਰੰਗ ਦੇ ਦੇਖੋ 3 ਹੀ ਪਾਨ ਦੇ ਆ ਗਏ ਤਾਂ 3 ਹੀ ਕਿੰਨੇ ਆ ਗਏ ਇੱਟ ਦੇ 3 ਤੇ 3 ਕਿੰਨੇ ਹੋ ਗਏ 6 ਠੀਕ ਹੈ। ਚਿੱਤਰ ਵਾਲੇ ਪੱਤੇ 3 ਆਣੇ ਨੇ ਨਾ 3 ਆਣੇ ਨੇ 3 ਹੀ ਪਾਨ ਦੇ 3 ਹੀ 6 ਟੋਟਲ ਹੋ ਗਏ ਤਾਂ 6/52 ਕਰਾਂਗੇ 3/26 ਲਾਲ ਰੰਗ ਦਾ ਤਸਵੀਰ ਵਾਲਾ ਪੱਤਾ।
ਤਾਂ ਬਾਕੀ ਜਿਹੜੇ ਇਹਦੇ ਨਾਲ ਦੇ ਜਿਹੜੇ ਸਵਾਲ ਨੇ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਦੇਖੋ ਕੀ ਹੈ, ਪਾਨ ਦਾ ਗੁਲਾਮ ਇੱਕ ਹੀ ਹੁੰਦਾ ਨਾ, ਪਾਨ ਦਾ ਗੁਲਾਮ ਤਾਂ ਆ ਗਿਆ 1/52। ਹੁਕਮ ਦਾ ਪੱਤਾ, ਹੁਕਮ ਦੇ ਕੁੱਲ ਪੱਤੇ ਕਿੰਨੇ 13, 13/52। ਇੱਕ ਇੱਟ ਦੀ ਬੇਗਮ ਇੱਕ ਹੀ ਹੁੰਦੀ ਹੈ ਤਾਂ 1/52। ਬਹੁਤ ਸੌਖੇ ਸਵਾਲ ਨੇ, ਆਪਣੇ ਆਪ ਧਿਆਨ ਦੇਣਾ ਇਹਨਾਂ ਨੂੰ, ਰਕਮ ਨੂੰ ਸਮਝ ਕੇ। ਦੇਖੋ 15ਵਾਂ ਸਵਾਲ ਕੀ ਹੈ, ਤਾਸ਼ ਦੇ 5 ਪੱਤਿਆਂ ਇੱਟ ਦਾ ਦਹਿਲਾ, ਗੁਲਾਮ, ਬੇਗਮ, ਬਾਦਸ਼ਾਹ ਅਤੇ ਯੱਕੇ ਨੂੰ ਪਲਟ ਕੇ ਚੰਗੀ ਤਰ੍ਹਾਂ ਫੈਂਟਿਆ ਗਿਆ। ਕਿੰਨੇ ਪੱਤੇ ਨੇ? ਸਿਰਫ 5। 5 ਪੱਤਿਆਂ ਇੱਟ ਦਾ ਦਹਿਲਾ, ਗੁਲਾਮ, ਇੱਟ ਦੀ ਨੇ ਸਾਰੇ, ਬੇਗਮ, ਬਾਦਸ਼ਾਹ ਦੇ ਯੱਕੇ ਨੂੰ ਪਲਟ ਕੇ ਚੰਗੀ ਤਰ੍ਹਾਂ ਫੈਂਟਿਆ ਗਿਆ। ਫਿਰ ਇਹਨਾਂ ਵਿੱਚੋਂ ਅਚਾਨਕ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਇਸ ਦੀ ਕੀ ਸੰਭਾਵਨਾ ਹੈ ਕਿ ਪੱਤਾ ਇੱਕ ਬੇਗਮ ਹੈ? ਜੇਕਰ ਬੇਗਮ ਆਉਂਦੀ ਹੈ ਤਾਂ ਇਸ ਨੂੰ ਅਲੱਗ ਰੱਖ ਦਿੱਤਾ ਜਾਂਦਾ ਹੈ ਅਤੇ ਇੱਕ ਹੋਰ ਪੱਤਾ ਬਾਹਰ ਕੱਢਿਆ ਜਾਂਦਾ ਹੈ। ਇਸ ਦੀ ਕੀ ਸੰਭਾਵਨਾ ਹੈ ਦੂਜਾ ਕੱਢਿਆ ਗਿਆ ਪੱਤਾ ਇੱਕ ਯੱਕਾ ਹੈ, ਇੱਕ ਬੇਗਮ ਹੈ? ਆਓ ਕਰਦੇ ਹਾਂ। ਤਾਂ ਇੱਥੇ ਸਮਝਣ ਵਾਲੀ ਗੱਲ ਹੈ ਵੀ ਕੁੱਲ ਪਰਿਣਾਮ ਸਾਡੇ ਕੋਲ 52 ਨਹੀਂ ਹੋਣਗੇ, ਕਿਉਂਕਿ ਸਾਨੂੰ ਉਹਨੇ ਕਿਹਾ ਕੀ ਸੀਗਾ, ਤਾਸ਼ ਦੇ 5 ਪੱਤਿਆਂ ਇੱਟ ਦਾ ਕਿਹੜਾ ਕਿਹੜਾ? ਆਹ ਵਾਲਾ ਦਹਿਲਾ, ਗੁਲਾਮ, ਬੇਗਮ, ਬਾਦਸ਼ਾਹ ਅਤੇ ਇੱਕਾ, ਇਹ 5 ਪੱਤੇ ਲਏ ਨੇ ਅਸੀਂ। ਇਹ 5 ਪੱਤੇ ਕੁੱਲ ਸਿਰਫ 5 ਪੱਤੇ ਨੇ, 52 ਨਹੀਂ। ਇਹਦਾ ਮਤਲਬ ਕੁੱਲ ਪਰਿਣਾਮ ਸਾਡੇ ਕੋਲ ਕਿੰਨੇ ਆ ਗਏ? 5। ਹੁਣ ਸਾਨੂੰ ਉਹ ਪਹਿਲਾਂ ਕਹਿੰਦਾ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਇਹ ਪੱਤਾ ਇੱਕ ਬੇਗਮ ਹੈ। ਇਹਦੇ ਵਿੱਚ ਬੇਗਮਾਂ ਕਿੰਨੀਆਂ ਨੇ? ਸਿਰਫ ਇੱਕ ਹੈ, ਤਾਂ 1/5 ਆ ਜਾਏਗਾ। ਹੁਣ ਸਾਨੂੰ ਕਹਿੰਦਾ ਇਸ ਨੂੰ ਬੇਗਮ ਨੂੰ ਕੱਢ ਲਿਆ ਜਦੋਂ, ਅਤੇ ਉਹਨੂੰ ਪਾਸੇ ਰੱਖਤਾ, ਜਦੋਂ ਪਾਸੇ ਰੱਖਤਾ ਤਾਂ ਇੱਕ ਪੱਤਾ ਘੱਟ ਜਾਏਗਾ, ਆ ਰਹਿ ਜਾਣਗੇ। ਤਾਂ ਇਹਦੇ ਮਤਲਬ ਕਿੰਨੇ ਆ ਗਏ ਕੁੱਲ ਪਰਿਣਾਮ? ਹੁਣ ਸਾਡੇ ਕੋਲ ਰਹਿ ਗਏ 4। 4 ਦੇ ਵਿੱਚੋਂ ਅਸੀਂ ਕਹਿੰਦਾ ਇੱਕ ਤਸਵੀਰ ਵਾਲਾ ਪੱਤਾ, ਇੱਕ ਤਸਵੀਰ ਵਾਲਾ ਪੱਤਾ 4 ਦੇ ਵਿੱਚੋਂ। ਤਸਵੀਰ ਵਾਲੇ ਪੱਤੇ ਕਿੰਨੇ ਕਿੰਨੇ ਨੇ? ਦੇਖੋ 1 ਤੇ 1 2। ਇਹ ਤੁਸੀਂ ਨਹੀਂ, ਮੈਂ ਰਕਮ 14ਵੇਂ ਸਵਾਲ ਦੀ ਪੜ੍ਹ ਗਿਆ। ਜੇਕਰ ਬੇਗਮ ਆਉਂਦੀ ਤਾਂ ਉਸਨੂੰ ਅਲੱਗ ਰੱਖ ਦਿੱਤਾ ਜਾਂਦਾ, ਇੱਕ ਹੋਰ ਪੱਤਾ ਬਾਹਰ ਕੱਢਿਆ ਜਾਂਦਾ। ਇਸ ਦੀ ਕੀ ਸੰਭਾਵਨਾ ਹੈ? ਕੱਢਿਆ ਗਿਆ ਪੱਤਾ ਇੱਕ ਇੱਕਾ ਹੈ। ਇੱਕਾ ਮਤਲਬ ਯੱਕਾ, ਯੱਕਾ, ਯੱਕੇ ਦਾ ਇਹਦੇ 'ਚ ਦੇਖੋ ਯੱਕੇ ਕਿੰਨੇ ਰਹਿ ਗਏ? 1। ਤਾਂ ਅਸੀਂ 1 ਕੁੱਲ ਆ ਗਿਆ 4। ਉਸ ਤੋਂ ਬਾਅਦ ਪੁੱਛਦਾ ਸਾਡੇ ਕੋਲ ਇੱਕ ਬੇਗਮ ਹੈ, ਇਹਦੇ 'ਚ ਬੇਗਮ ਹੈਗੀ ਹੈ? ਸਾਡੇ ਕੋਲ ਰਹਿ ਹੀ ਨਹੀਂ ਗਈ, ਤਾਂ ਸਾਡੇ ਕੋਲ ਕੀ ਆ ਜਾਏਗਾ? 0। 0/4 ਮਤਲਬ 0 ਸੰਭਾਵਨਾ। ਠੀਕ ਹੈ। 16ਵੇਂ ਸਵਾਲ ਦੀ ਰਕਮ ਦੇਖੋ, ਕਿਸੇ ਕਾਰਨ 12 ਖਰਾਬ ਪੈਨ 132 ਚੰਗੇ ਪੈਨਾਂ ਵਿੱਚ ਮਿਲ ਗਏ। ਹੁਣ ਟੋਟਲ ਪੈਨ ਹੈਗੇ ਨੇ 132, ਉਹਨਾਂ ਵਿੱਚ ਕਿੰਨੇ ਨੇ? 12 ਖਰਾਬ ਨੇ। ਕੇਵਲ ਵੇਖ ਕੇ ਨਹੀਂ ਦੱਸਿਆ ਜਾ ਸਕਦਾ ਕਿ ਕੋਈ ਪੈਨ ਖਰਾਬ ਜਾਂ ਠੀਕ ਹੈ। ਇਸ ਮਿਸ਼ਰਣ ਵਿੱਚੋਂ ਇੱਕ ਪੈਨ ਅਚਾਨਕ ਬਾਹਰ ਕੱਢਿਆ ਜਾਂਦਾ ਹੈ। ਬਾਹਰ ਕੱਢੇ ਗਏ ਪੈਨ ਦੇ ਠੀਕ ਹੋਣ ਦੀ ਸੰਭਾਵਨਾ ਪਤਾ ਕਰੋ। ਦੇਖੋ ਬੜਾ ਸੌਖਾ ਜਿਹਾ ਸਵਾਲ ਹੈ। ਕੁੱਲ ਪੈਨ ਕਿੰਨੇ ਨੇ? 132 ਚੰਗੇ ਅਤੇ 12 ਖਰਾਬ। ਕੁੱਲ ਪੈਨ ਕਿੰਨੇ ਬਣ ਗਏ? 144। ਠੀਕ ਹੈ, 132 ਚੰਗੇ ਸੀਗੇ, ਖਰਾਬ ਸੀਗੇ 12, 144। ਇਹਦਾ ਮਤਲਬ ਕੁੱਲ ਪਰਿਣਾਮ ਸਾਡੇ ਕੋਲ ਆ ਗਏ 144। ਹੁਣ ਕਹਿੰਦਾ ਇਸ ਦੀ ਕੀ ਸੰਭਾਵਨਾ ਹੈ ਕਿ ਜਦੋਂ ਅਸੀਂ ਪੈਨ ਕੱਢਾਂਗੇ ਤਾਂ ਉਹ ਕਿਹੜਾ ਨਿਕਲੇ? ਠੀਕ ਨਿਕਲੇ। ਤਾਂ ਠੀਕ ਕਿੰਨੇ ਨੇ? 132, ਅਤੇ ਆ ਜਾਏਗਾ 132 ਕੁੱਲ 144, ਤਾਂ ਇਹ ਸਾਡੇ ਕੋਲ ਆ ਜਾਏਗਾ 11/12। 17ਵਾਂ ਸਵਾਲ ਹੈ, 20 ਬਲਬਾਂ ਦੇ ਇੱਕ ਸਮੂਹ ਵਿੱਚੋਂ 4 ਬਲਬ ਖਰਾਬ ਹਨ, ਲਗਭਗ ਬਿਲਕੁਲ ਉਸ ਦੇ ਨਾਲ ਦਾ ਸਵਾਲ ਹੈ, ਇਹ ਤੁਸੀਂ ਆਪਣੇ ਆਪ ਕਰਨਾ ਹੈ। 18ਵਾਂ ਸਵਾਲ ਦੇਖੋ, ਇੱਕ ਪੇਟੀ ਵਿੱਚ 90 ਪਲੇਟਾਂ ਹਨ ਜਿਨ੍ਹਾਂ 'ਤੇ 1 ਤੋਂ 90 ਤੱਕ ਸੰਖਿਆਵਾਂ ਲਿਖੀਆਂ ਹਨ। ਜੇਕਰ ਇਸ ਪੇਟੀ ਵਿੱਚੋਂ ਇੱਕ ਪਲੇਟ ਅਚਾਨਕ ਬਾਹਰ ਕੱਢੀ ਜਾਂਦੀ ਹੈ, ਇਸ ਦੀ ਕੀ ਸੰਭਾਵਨਾ ਹੈ ਕਿ ਜਿਹੜੀ ਪਹਿਲਾ ਨੰਬਰ 2 ਅੰਕਾਂ ਵਾਲੀ ਸੰਖਿਆ ਵਾਲੀ ਅੰਕਿਤ ਹੋਵੇ, ਇੱਕ ਪੂਰਨ ਵਰਗ ਸੰਖਿਆ ਹੋਵੇ, 5 ਨਾਲ ਵੰਡੀ ਜਾਣ ਵਾਲੀ ਸੰਖਿਆ। ਹੁਣ ਮੇਨ ਚੀਜ਼ ਹੈ ਸਾਡੇ ਕੋਲ 1 ਤੋਂ 90 ਤੱਕ ਸੰਖਿਆਵਾਂ ਨੇ, ਕੁੱਲ ਜਿਹੜੇ ਸਾਡੇ ਕੋਲ ਪਰਿਣਾਮ ਹੋ ਗਏ 90। ਅਨੁਕੂਲ ਪਰਿਣਾਮ ਕੱਢਣੇ ਨੇ 2 ਅੰਕਾਂ ਦੀ ਸੰਖਿਆ, ਅਸੀਂ ਇਹਦੇ ਵਿੱਚ ਦੇਖਣੀਆਂ 2 ਅੰਕਾਂ ਦੀਆਂ ਸੰਖਿਆਵਾਂ ਕਿੰਨੀਆਂ ਨੇ, ਇੱਕ ਪੂਰਨ ਵਰਗ ਸੰਖਿਆ ਪਤਾ ਕਰਨੀ ਹੈ ਅਤੇ 5 ਨਾਲ ਵੰਡੀ ਜਾਣ ਵਾਲੀ ਸੰਖਿਆ ਪਤਾ ਕਰਨੀ ਹੈ। ਤਾਂ ਦੇਖੋ ਕੁੱਲ ਪਲੇਟਾਂ ਜਿਹੜੀਆਂ ਸਾਡੇ ਕੋਲ 90 ਨੇ, ਸੰਖਿਆਵਾਂ 'ਤੇ ਲਿਖੀਆਂ 1 ਤੋਂ ਲੈ ਕੇ 90 ਤੱਕ। ਹੁਣ ਅਸੀਂ ਪਹਿਲੇ ਸੰਭਾਵਨਾ ਪਤਾ ਕਰਨੀ 2 ਅੰਕਾਂ ਦੀ ਸੰਖਿਆ। ਅਸੀਂ ਪਹਿਲਾਂ ਵੇਖੀਏ 2 ਅੰਕਾਂ ਵਾਲੇ ਕਿੰਨੇ ਵਿੱਚ ਹੁੰਦੇ ਨੇ ਸਾਡੇ ਕੋਲ। ਅਸੀਂ ਦੇਖੋ ਇਹ ਸੌਖਾ ਤਰੀਕਾ ਲਾ ਲਈਏ, 1 ਅੰਕ ਦੀਆਂ ਸੰਖਿਆਵਾਂ ਕਿੰਨੀਆਂ ਨੇ? 1 2 3 ਤੋਂ ਲੈ ਕੇ 9 ਤੱਕ, ਯਾਨੀ ਕਿ 9 ਸੰਖਿਆਵਾਂ ਜਿਹੜੀਆਂ ਸਾਡੇ ਕੋਲ 1 ਅੰਕ ਵਾਲੀਆਂ, ਅਤੇ ਬਾਕੀ ਕਿੰਨੀਆਂ ਰਹਿ ਗਈਆਂ? 2 ਅੰਕਾਂ ਵਾਲੀਆਂ। 90 'ਚੋਂ 9 ਘਟਾ ਦਿੱਤੀਆਂ, ਬਾਕੀ 81 ਜਿਹੜੀਆਂ ਸੰਖਿਆਵਾਂ ਨੇ ਸਾਡੇ ਕੋਲ 2 ਅੰਕਾਂ ਵਾਲੀਆਂ ਰਹਿ ਗਈਆਂ।
ਤੇ ਹੁਣ ਅਸੀਂ ਪਲੇਟ ਜਿਹੜੀ ਕੱਢਣੀ ਹੈ ਉਹਦੀ ਕੀ ਸੰਭਾਵਨਾ ਹੈ ਕਿ ਉਹਦੇ ਤੇ 2 ਅੰਕਾਂ ਵਾਲੀ ਸੰਖਿਆ ਲਿਖੀ ਹੋਵੇ, ਤਾਂ ਉਹ 81/90। ਅਨੁਕੂਲ ਪਰਿਣਾਮ 81, ਕੁੱਲ ਪਰਿਣਾਮ 90, ਤਾਂ ਸਾਡੇ ਕੋਲ ਆਂਸਰ ਆ ਜਾਏਗਾ 9/10। ਉਹਨੇ ਕਹਿੰਦਾ ਇੱਕ ਪੂਰਨ ਵਰਗ ਸੰਖਿਆ। ਹੁਣ ਪੂਰਨ ਵਰਗ ਸੰਖਿਆਵਾਂ ਸਾਨੂੰ ਕਿੰਨੀਆਂ ਪੈਣੀਆਂ ਨੇ? ਪੂਰਨ ਵਰਗ ਮਤਲਬ ਉਹਦੀ 1 4 9, ਆ 1 ਦਾ ਵਰਗ ਹੋ ਗਿਆ, 2 ਦਾ ਵਰਗ ਹੋ ਗਿਆ, 3 ਦਾ ਵਰਗ ਹੋ ਗਿਆ, 4 ਦਾ ਵਰਗ, 5 ਦਾ ਵਰਗ, 6 ਦਾ ਵਰਗ, 7 ਦਾ ਵਰਗ, 8 ਦਾ ਵਰਗ ਤੇ 9 ਦਾ ਵਰਗ। 9 9 81, ਉਸ 10 ਦਾ 100 ਕਰਾਂਗੇ ਤਾਂ ਨਹੀਂ ਰਹਿਣਾ ਵਿੱਚ, ਤਾਂ ਇਸ ਇੱਕ ਆਹ ਸੰਖਿਆਵਾਂ ਆ ਗਈਆਂ ਗਿਣੀਆਂ, ਟੋਟਲ ਸਾਡੇ ਕੋਲ ਆ ਗਈਆਂ 9 ਸੰਖਿਆਵਾਂ, ਤਾਂ ਉਸ ਦੀ ਸੰਭਾਵਨਾ ਕੀ ਬਣ ਜਾਏਗੀ? 9/90 ਯਾਨੀ ਕਿ 1/10। 5 ਨਾਲ ਵੰਡੀ ਜਾਣ ਵਾਲੀ ਸੰਖਿਆ, 5 ਦਾ ਪਹਾੜਾ ਦੇਖੋ 5 10 15 20 25, 90 ਤੋਂ ਘੱਟ 90 ਤੱਕ ਆ ਗਈਆਂ। ਇਹ ਸਾਰੀਆਂ ਸੰਖਿਆਵਾਂ ਤੁਸੀਂ 5 ਦਾ ਪਹਾੜਾ 90 ਤੱਕ ਲਿਖ ਲੈਣਾ, ਗਿਣ ਲੈਣੀਆਂ ਨੇ, ਬਣੀਆਂ 18, ਤਾਂ ਆਂਸਰ ਕੀ ਆਏਗਾ? 18/90। ਹਾਂ, 19ਵਾਂ ਸਵਾਲ ਹੈ, ਇੱਕ ਬੱਚੇ ਕੋਲ ਅਜਿਹਾ ਪਾਸਾ ਹੈ ਯਾਨੀ ਕਿ ਡਾਈਸ ਹੈ ਜਿਸ ਦੇ ਫਲਕਾਂ ਉੱਤੇ ਹੇਠ ਲਿਖੇ ਅੱਖਰ ਅੰਕਿਤ ਹਨ। ਮਤਲਬ ABC, 1 2 3 ਨਹੀਂ ਲਿਖਿਆ, ABCDEA ਇਸ ਤਰ੍ਹਾਂ ਲਿਖੇ ਹੋਏ ਨੇ। ਇਸ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਇਸ ਦੀ ਕੀ ਸੰਭਾਵਨਾ ਹੈ ਕਿ A ਪ੍ਰਾਪਤ ਹੋਵੇ ਜਾਂ D ਪ੍ਰਾਪਤ ਹੋਵੇ? ਦੇਖੋ ਟੋਟਲ ਤਾਂ ਬਣ ਗਏ 1 2 3 4 5 6 ਦੇ 6 ਆਣੇ ਨੇ ਨਾ, ਤਾਂ ਕਿਵੇਂ ਕਰਨਾ? ਦੇਖੋ ਕੁੱਲ ਪਰਿਣਾਮ ਸਾਡੇ ਕੋਲ ਹੋ ਗਏ 6, A ਪ੍ਰਾਪਤ, A ਕਿੰਨੀਆਂ ਨੇ? 1 ਵਾਰੀ ਤੇ 1 ਵਾਰੀ 2, 2 ਵਾਰੀ A ਲਿਖੀ ਹੈ ਨਾ, ਮਤਲਬ 2 ਹੋ ਗਏ, 2/6 ਯਾਨੀ ਕਿ 1/3 ਆ ਜਾਏਗਾ। D ਪ੍ਰਾਪਤ ਹੋਵੇ, D ਕਿੰਨੀ ਵਾਰੀ ਲਿਖਿਆ ਹੈ? ਸਿਰਫ 1 ਵਾਰੀ ਲਿਖਿਆ ਹੈ, ਤਾਂ 1/6 ਆਂਸਰ ਆ ਜਾਏਗਾ। ਅਸੀਂ 20ਵਾਂ ਸਵਾਲ ਦੇਖਦੇ ਹਾਂ। ਮੰਨ ਲਓ ਇੱਕ ਪਾਸੇ ਨੂੰ ਚਿੱਤਰ 15.6 ਇਹ ਵਾਲਾ ਚਿੱਤਰ ਬਣਿਆ ਹੈ, ਵਿੱਚ ਦਰਸਾਏ ਆਇਤਾਕਾਰ ਖੇਤਰ ਵਿੱਚ ਅਚਾਨਕ ਸੁੱਟਦੇ ਹੋ, ਇਸ ਦੀ ਕੀ ਸੰਭਾਵਨਾ ਹੈ ਕਿ ਇਹ ਪਾਸਾ 1 ਮੀਟਰ ਵਿਆਸ ਵਾਲੇ ਚੱਕਰ ਦੇ ਅੰਦਰ ਵੀ ਕੋਈ ਪਾਸਾ ਡਾਈ ਸੱਟਣਾ, ਇੱਥੇ ਤੁਸੀਂ ਕੋਈ ਚੀਜ਼ ਸੱਟੀ, ਉਹਦੀ ਸੰਭਾਵਨਾ ਪਤਾ ਵੀ ਇਹਦੇ ਵਿੱਚ ਜਾਏਗਾ ਜਾਂ ਬਾਹਰ ਜਾਏਗਾ। ਠੀਕ ਹੈ, 1 ਮੀਟਰ ਵਿਆਸ ਵਾਲੇ ਚੱਕਰ ਦੇ ਅੰਦਰ ਡਿੱਗੇਗਾ ਜਾਂ ਬਾਹਰ ਡਿੱਗੇਗਾ। ਇਸ ਸਵਾਲ ਨੂੰ ਕਰਨ ਵਾਸਤੇ ਸਾਨੂੰ ਕੀ ਹੈ, ਇੱਕ ਚਿੱਤਰ ਦਿੱਤਾ, ਆਇਤਾਕਾਰ ਪਹਿਲਾਂ ਜਗ੍ਹਾ ਦਿੱਤੀ ਹੋਈ ਹੈ, ਤਾਂ ਇਹਨੂੰ ਪੂਰਾ ਅਸੀਂ ਆਇਤਾਕਾਰ ਖੇਤਰ ਦੇ ਸਾਨੂੰ ਖੇਤਰਫਲ ਕੱਢਣੇ ਪੈਣੇ ਨੇ। ਕਿਵੇਂ? ਇਹ ਜਿਹੜਾ ਚੱਕਰਾਕਾਰ ਖੇਤਰ ਅਲੱਗ ਕੱਢਣਾ ਪੈਣਾ, ਬਾਕੀ ਦਾ ਅਲੱਗ ਕਰਨਾ ਪੈਣਾ। ਤਾਂ ਅਸੀਂ ਕੀ ਕਰਾਂਗੇ? ਸਭ ਤੋਂ ਪਹਿਲਾਂ ਇਹਦਾ ਖੇਤਰਫਲ ਕੱਢਾਂਗੇ, ਲੰਬਾਈ ਗੁਣਾ ਚੌੜਾਈ ਲੈ ਕੇ। ਆਇਤ ਦੀ ਲੰਬਾਈ 3 ਮੀਟਰ, ਚੌੜਾਈ 2 ਮੀਟਰ। ਆਇਤ ਦਾ ਖੇਤਰਫਲ ਸਾਡੇ ਕੋਲ ਹੁੰਦਾ ਲੰਬਾਈ ਗੁਣਾ ਚੌੜਾਈ ਕੀਤਾ ਤਾਂ 6 ਵਰਗ ਮੀਟਰ ਸਾਡੇ ਕੋਲ ਆ ਗਿਆ। ਹੁਣ ਅਸੀਂ ਚੱਕਰ ਦਾ ਖੇਤਰਫਲ, ਚੱਕਰ ਦਾ ਜਿਹੜਾ ਸਾਨੂੰ ਵਿਆਸ ਦਿੱਤਾ ਹੈ 1 ਮੀਟਰ ਦਿੱਤਾ ਹੈ, ਪਹਿਲਾਂ ਅਰਧ ਵਿਆਸ ਕੀਤਾ 1/2 ਮੀਟਰ। ਚੱਕਰ ਦੇ ਖੇਤਰਫਲ ਫਾਰਮੂਲਾ ਹੁੰਦਾ ਹੈ πr², ਤਾਂ ਅਸੀਂ ਵੈਲਿਊ ਇੱਥੇ ਪੁੱਟ ਕੀਤੀ, ਪਾਈ ਗੁਣਾ 1/2 ਗੁਣਾ r², ਮਤਲਬ r ਗੁਣਾ r ਹੁੰਦਾ ਹੈ, ਇਹ ਆ ਗਿਆ π/4 ਵਰਗ ਮੀਟਰ। ਹੁਣ ਸਾਡੇ ਕੋਲ ਜਿਹੜਾ ਕੁਐਸਚਨ ਸੀ, ਕੁਐਸਚਨ ਉਹਨੇ ਸਾਨੂੰ ਪੁੱਛਿਆ ਸੀਗਾ ਇਸ ਦੀ ਕੀ ਸੰਭਾਵਨਾ ਹੈ ਪਾਸਾ 1 ਮੀਟਰ ਵਿਆਸ ਵਾਲੇ ਚੱਕਰ ਦੇ ਅੰਦਰ ਡਿੱਗੇਗਾ। ਹੁਣ ਜਿਹੜਾ ਚੱਕਰ ਦਾ ਸਾਡੇ ਕੋਲ ਖੇਤਰਫਲ ਆ ਗਿਆ ਨਾ, ਇਸ ਵਾਸਤੇ ਅਨੁਕੂਲ ਪਰਿਣਾਮ ਸਾਡੇ ਕੋਲ ਆ ਗਿਆ π/4 ਵਰਗ ਮੀਟਰ। ਅਤੇ ਕੁੱਲ ਪਰਿਣਾਮ ਕਿੰਨਾ ਹੈ? ਸਾਰੇ ਦਾ ਸਾਰਾ ਜਿੰਨਾ ਸੀਗਾ ਸਾਡੇ ਕੋਲ, 3 ਦੂਣੀ 6 ਆ ਕੱਢਿਆ ਨਾ, 6 ਵਰਗ, ਤਾਂ ਕੁੱਲ ਸਾਡੇ ਕੋਲ ਖੇਤਰ ਹੈਗਾ 6 ਵਰਗ ਮੀਟਰ, ਅਨੁਕੂਲ ਆ ਗਿਆ π/4, ਤਾਂ ਸਾਡੀ ਸੰਭਾਵਨਾ ਕੀ ਬਣ ਜਾਏਗੀ? π/4/6। ਇਹਦਾ 6/1 ਹੁੰਦਾ, ਇਹਨੂੰ ਉਲਟਾ ਦਿੱਤਾ, π/4